ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਸਾਹਿਬ ਜੀਓ ਅਗਮ ਅਗੋਚਰਾ, ਤੇਰਾ ਅੰਤ ਨਾ ਪਾਇਆ। ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣਹਿ। ਅਗਮ ਅਗੋਚਰਾ ਤੇਰਾ ਅੰਤ ਨ ਪਾਇਆ। ਅੰਤੋ ਨ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣਹਿ। ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੈ। ਆਖੈ ਤਾਂ ਵੇਖੈ ਸਭ ਤੂੰ ਹੈ, ਜਿਨ ਜਗਤ ਉਪਾਇਆ। ਕਹੈ ਨਾਨਕ ਤੂੰ ਸਦਾ ਅਗੰਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਉਪਾਏ, ਇਕ ਵੇਖ ਪਰਸਨ ਆਇਆ। ਲਬ ਲੋਭ ਅਹੰਕਾਰ ਚੁਕਾ, ਸਤਿਗੁਰੂ ਭਲਾ ਪਾਇਆ। ਕਹੈ ਨਾਨਕ ਜਿਸਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਲਬ ਲੋਭ ਅਹੰਕਾਰ ਚੁਕਾ, ਸਤਿਗੁਰੂ ਭਲਾ ਪਾਇਆ। ਕਹੈ ਨਾਨਕ ਜਿਸਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਈਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਰਾਤਰੀ ਦੇ ਸਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਸਤਿਕਾਰ ਸਨਮਾਨਯੋਗ ਸਾਧ ਸੰਗਤ, ਗੁਰੂ ਸਾਹਿਬ ਜੀ ਨੇ ਬੇਅੰਤ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਨੇ। ਆਪਣੇ ਪਾਵਨ ਦਰਬਾਰ ਦੀ ਦਾਤ ਸਾਨੂੰ ਬਖਸ਼ੀ ਹੈ। ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਇੱਦਾਂ ਬੇਅੰਤ ਗੁਰਬਾਣੀ ਦੇ ਬਚਨ ਪ੍ਰਮਾਣ ਹਨ, ਜਿਨ੍ਹਾਂ ਰਾਹੀਂ ਸਤਿਗੁਰੂ ਜੀ ਨੇ ਸਤ ਸੰਗਤ ਦੀ ਮਹਾਨਤਾ, ਵਡਿਆਈ, ਉੱਤਮਤਾ ਸਾਨੂੰ ਦ੍ਰਿੜ ਕਰਵਾਉਂਦਿਆਂ ਹੋਇਆਂ ਸਤਸੰਗੀ ਬਣਨ ਦਾ ਉਪਦੇਸ਼ ਦਿੱਤਾ ਹੈ, ਸੰਦੇਸ਼ ਦਿੱਤਾ, ਸਿੱਖਿਆ ਦਿੱਤੀ ਹੈ। ਸਤ ਸੰਗਤ ਦੇ ਧਾਰਨੀ ਹੋਣ ਦਾ ਭਾਵ ਹੈ ਸਤ ਦੇ ਧਾਰਨੀ ਹੋਣਾ।
ਤੇ ਸਤ ਸੰਗਤ ਦੇ ਵਿੱਚ ਨਿਰੋਲ ਸਤ ਦੀ ਵਿਚਾਰ ਚੱਲਦੀ ਹੈ। ਸਤ ਸੰਗਤ ਕੈਸੀ ਜਾਣੀਐ, ਜਿੱਥੇ ਏਕੋ ਨਾਮ ਵਖਾਣੀਐ। ਕੀ ਹੈ ਸਤ ਸੰਗਤ? ਕਿੱਦਾਂ ਦੀ ਹੁੰਦੀ ਹੈ ਸਤ ਸੰਗਤ? ਮਹਾਰਾਜ ਕਹਿੰਦੇ ਜਿੱਥੇ ਏਕੋ ਨਾਮ ਵਖਾਣੀਐ, ਜਿੱਥੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਗੱਲ ਚੱਲੇ, ਉਹ ਸਤ ਸੰਗਤ ਹੈ। ਸਤ ਸੰਗਤ ਕੈਸੀ ਜਾਣੀਐ, ਜਿੱਥੇ ਏਕੋ ਨਾਮ ਵਖਾਣੀਐ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਵਾਹਿਗੁਰੂ ਦਾ ਨਾਮ ਹੀ ਵਾਹਿਗੁਰੂ ਦਾ ਹੁਕਮ ਹੈ, ਔਰ ਹੁਕਮ ਹੀ ਨਾਮ ਹੈ। ਇਸ ਸੂਖਸ਼ਮ ਭੇਦ ਦੀ ਜਿਹੜੀ ਸਮਝ ਹੈ, ਬਾਰੀਕੀ ਦੀ ਸਮਝ ਹੈ, ਨਾਮ ਬਾਰੇ, ਹੁਕਮ ਬਾਰੇ, ਵਾਹਿਗੁਰੂ ਦੀ ਰਜ਼ਾ ਬਾਰੇ, ਸਿਮਰਨ ਬਾਰੇ, ਇਹ ਜਿਹੜੀ ਸਮਝ ਹੈ ਗੁਰੂ ਰਾਹੀਂ ਪ੍ਰਾਪਤ ਹੁੰਦੀ ਹੈ। ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਬੁਝਾਏ ਮਤਲਬ ਸਮਝਾਉਣਾ। ਗੁਰੂ ਇਸ ਚੀਜ਼ ਨੂੰ ਸਮਝਾਉਂਦੇ ਨੇ। ਤੇ ਸਤ ਸੰਗਤ ਬਾਰੇ ਮਹਾਰਾਜ ਨੇ ਇਹ ਬਚਨ ਵੀ ਕਹੇ ਹਨ ਕਿ ਜਹ ਸਤਿਗੁਰ ਤੈ ਸਤ ਸੰਗਤ ਬਣਾਈ। ਜਿੱਥੇ ਗੁਰੂ ਹੈ ਉੱਥੇ ਸਮਝੋ ਸਤ ਸੰਗਤ ਹੈ। ਸੋ ਮਹਾਰਾਜ ਜੀ ਦੀਆਂ ਬੇਅੰਤ ਰਹਿਮਤਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ 'ਚ ਸਤ ਸੰਗਤ ਰੂਪ 'ਚ ਆਪਾਂ ਜੁੜੇ ਹਾਂ। ਗੁਰਬਾਣੀ ਦੇ ਕੀਰਤਨ ਪਿਆਰ ਸਹਿਤ, ਅਦਬ ਸਹਿਤ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਆਪ ਜੀ ਨੇ ਸ਼ਰਵਣ ਕੀਤੇ ਨੇ। ਉਪਰੰਤ ਸਮਾਂ ਹੋਇਆ ਹੈ ਗੁਰੂ ਕੀ ਵਿਚਾਰ ਦਾ, ਗੁਰਬਾਣੀ ਵਿਚਾਰ ਦਾ, ਔਰ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੀ ਹੋਈ ਅੰਮ੍ਰਿਤਮਈ ਬਾਣੀ ਆਨੰਦ ਸਾਹਿਬ ਦੀ ਲੜੀਵਾਰ ਵਿਚਾਰ ਆਪ ਜੀ ਗੁਰੂ ਚਰਨਾਂ 'ਚ ਜੁੜ ਮਿਲ ਬੈਠ ਸ਼ਰਵਣ ਕਰਦੇ ਹੋ। ਧੰਨ ਗੁਰੂ ਅਮਰਦਾਸ ਮਹਾਰਾਜ ਇਸ ਬਾਣੀ ਦੇ ਰਾਹੀਂ ਸਾਨੂੰ ਆਨੰਦ ਦੀ ਉਸ ਅਵਸਥਾ 'ਤੇ ਪਹੁੰਚਾਉਣਾ ਚਾਹੁੰਦੇ ਹਨ ਜਿੱਥੇ ਪਹੁੰਚ ਕੇ ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ, ਸਗਲ ਵਿਸੂਰੇ ਦੀ ਕਲਾ ਵਰਤਦੀ ਹੈ। ਤੇ ਉਸ ਮੰਜ਼ਿਲ ਤੱਕ ਪਹੁੰਚਣ ਦੇ ਲਈ ਜੋ ਪੰਧ ਹੈ, ਰਸਤਾ ਹੈ, ਜਾਂ ਰਸਤੇ ਦੇ ਪੜਾਅ ਹਨ, ਉਤਰਾ ਚੜ੍ਹਾਅ ਹਨ, ਪੌੜੀਆਂ ਹਨ, ਉਹ ਸਤਿਗੁਰੂ ਜੀ ਨੇ ਫਿਰ ਸਮੁੱਚੀ ਬਾਣੀ ਦੇ ਰਾਹੀਂ ਸਾਨੂੰ ਸੋਝੀ ਬਖਸ਼ੀ ਹੈ, ਸਮਝ ਬਖਸ਼ੀ ਹੈ। ਪਿਛਲੀਆਂ 2 ਪੌੜੀਆਂ ਆਪ ਜੀ ਨੇ ਵਿਚਾਰ ਸਹਿਤ ਸ਼ਰਵਣ ਕੀਤੀਆਂ। ਉਹਨਾਂ ਦੋਵਾਂ ਪੌੜੀਆਂ 'ਚ ਮਹਾਰਾਜ ਨੇ ਮਨ ਨੂੰ ਸੰਬੋਧਨ ਕੀਤਾ। ਪਹਿਲਾਂ ਕਿਹਾ, ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ। ਫਿਰ ਸਤਿਗੁਰੂ ਕਹਿਣ ਲੱਗੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਪਿਆਰੇ ਮਨਾ, ਹਮੇਸ਼ਾ ਸੱਚ ਦੀ ਸੰਭਾਲ ਕਰ। ਸੱਚ ਦੀ ਸੰਭਾਲ ਦਾ ਭਾਵ ਹੈ ਕਿ ਸੱਚ ਦਾ ਧਾਰਨੀ ਬਣ। ਤੇਰੇ ਆਚਾਰ, ਕਿਰਦਾਰ, ਵਿਹਾਰ ਅੰਦਰ ਗੁਰੂ ਕਹਿੰਦੇ ਸਚਾਈ ਹੋਵੇ, ਸੱਚ ਹੋਵੇ। ਤੇ ਸੰਸਾਰ ਅੰਦਰ ਵੀ ਉਸ ਮਨੁੱਖ ਤੇ ਹਰ ਕੋਈ ਵਿਸ਼ਵਾਸ ਕਰਦਾ ਹੈ ਜਿਹੜਾ ਸੱਚਾ ਸੁੱਚਾ ਹੈ। ਤੇ ਪਰਮੇਸ਼ਰ ਦੇ ਘਰ ਵੀ ਉਸੇ ਮਨੁੱਖ ਨੂੰ ਥਾਂ ਤੇ ਢੋਈ ਮਿਲਦੀ ਹੈ ਜਿਹਦੇ ਜੀਵਨ ਅੰਦਰ ਸੱਚ ਹੈ। ਕਿਉਂਕਿ ਵਾਹਿਗੁਰੂ ਸੱਚ ਹੈ ਤੇ ਵਾਹਿਗੁਰੂ ਦੇ ਵਿੱਚ ਸੱਚਾ ਹੀ ਅਭੇਦ ਹੁੰਦਾ ਹੈ। ਭਾਈ ਗੁਰਦਾਸ ਜੀ ਨੇ ਬੜੇ ਪਿਆਰੇ ਬਚਨ ਵੀ ਕਹੇ ਨੇ ਕਿ ਸੱਚ ਸੰਪੂਰਨ ਨਿਰਮਲਾ, ਤਿਸ ਵਿੱਚ ਕੂੜ ਨਾ ਰਲਦਾ ਰਾਈ। ਕਹਿੰਦੇ ਸੱਚ ਸੰਪੂਰਨ ਹੈ, ਨਿਰਮਲ ਹੈ, ਉਹਦੇ 'ਚ ਰਾਈ ਮਾਤਰ ਵੀ ਕੂੜ ਨੂੰ ਰਲਾਇਆ ਨਹੀਂ ਜਾ ਸਕਦਾ ਹੈ। ਜਿਵੇਂ ਕਹਿੰਦੇ ਰੂੰ ਦੇ ਵੱਡੇ ਸਾਰੇ ਢੇਰ ਦੇ ਵਿੱਚ ਜੇ ਬੰਦਾ ਕਵੇ ਜੀ ਇੱਕ ਛੋਟੀ ਜਿਹੀ ਮਾਚਿਸ ਦੀ ਤੀਲੀ ਜਲਾ ਕੇ ਰੱਖਣੀ ਆ, ਕੋਈ ਬਹੁਤਾ ਕੁਝ ਤੇ ਹੈ ਨਹੀਂ ਹੈ, ਤੇ ਉਹ ਤਾਂ ਫਿਰ ਸਾਰਾ ਕੁਝ ਤਬਾਹ ਕਰ ਦੇਵੇਗੀ। ਬੰਦਾ ਕਵੇ ਜੀ ਦੁੱਧ ਦੇ ਭਰੇ ਹੋਏ ਵੱਡੇ ਭਾਂਡੇ ਦੇ ਵਿੱਚ ਬਸ ਥੋੜਾ ਜਿੰਨਾ ਹੀ ਤੇ ਖੱਟਾ ਰੱਖਣਾ ਹੈ, ਤੇ ਉਹ ਥੋੜੇ ਜਿੰਨੇ ਖੱਟੇ ਨਹੀਂ ਸਾਰਾ ਕੰਮ ਕਰ ਦੇਣਾ ਹੈ। ਸੋ ਭਾਈ ਸਾਹਿਬ ਕਹਿੰਦੇ ਇੱਦਾਂ ਹੀ ਸੱਚ ਦੇ ਵਿੱਚ ਕੂੜ ਨੂੰ ਰਲਾਇਆ ਨਹੀਂ ਜਾ ਸਕਦਾ। ਸੱਚ ਆਪਣੇ ਆਪ ਦੇ ਵਿੱਚ ਸੰਪੂਰਨ ਹੈ ਤੇ ਉਸ ਸੱਚ ਦੇ ਧਾਰਨੀ ਬਣੋ। ਮਹਾਰਾਜ ਕਹਿੰਦੇ ਪਿਆਰੇ ਮਨਾ ਤੂੰ ਸਦਾ ਸੱਚ
संभाले। फिर गुरु ने ये बचन भी कहे कि सतगुरु का उपदेश सुन तू होवै तेरा, नाले गुरु दे उपदेश दा धारनी बन, क्योंकि गुर का बचन बसे जी नाले। गुरु दा उपदेश ही तेरी जिंद दा, आत्मा दा, रूह दा असली साथी है। बाकी ते सब कुछ जीवित को व्यवहार है। ते ये जड़ियां शरीर दे नाल संबंधित भावें वस्तुआं ने भावें व्यक्ति ने, ये सदीवी साथ इन्हां चों किसे दा नहीं है। इस तो अगे 12 नंबर पौड़ी अंदर अज सतगुरु जी सानू समझा रहे ने कि वो अकाल पुरख वाहिगुरु किन्ना बेअंत है, किन्ना उत्तम है। महाराज कहते अगम अगोचरा तेरा अंत ना पाया। अगम भाव अपहुँच, अगम भाव वो जिहदा असी अपने इंद्रियां दे नाल जां इदां कह लईए कुल सरीरक ताकत दे नाल, मानसिक ताकत दे नाल जिहदा अंत नहीं पा सकते हैं। उस वाहिगुरु दा अंत ना सरीरक ताकत दे नाल, ना बौद्धिक ना मानसिक ताकत दे नाल अंत नहीं पाया जा सकता। महाराज कहते अगम अगोचरा, हे पहुँच तो परे ते बेअंत अकाल पुरख परमेश्वर साहिबा, तेरा अंत ना पाया। अंतो ना पाया किन्ने तेरा, अपना आप तू जान है। अज तक किसी ने मालक जी तुहाडा अंत नहीं पाया ते ना कोई अंत पा सकता है, क्योंकि वो मालक बेअंत है। ते वाहिगुरु सतगुरु सच्चे पातशाह जी ने बाणी च वार वार सानू ये चीज़ समझाई भी है। अंत ना सिफती कहन ना अंत, अंत ना करना देण ना अंत, अंत ना वेखण सुनन ना। किन्ने बचन कले जपजी साहब नूं ही लै लईए। महाराज कहंदे साडे कोल तां एक जुबान है ते जिहवा एक कवन गुण कही है। जे हज़ारां लखां जुबानां भी होण ते फिर भी वाहिगुरु दा अंत नहीं पाया जा सकता। एक दूजी बो लख होए, लख होवै लख 20, लख लख गेड़ा आखिया, एक नाम जगदीश ए तरा पत पवड़ियां चढ़िया होए 21, सुन गल्लां आकाश की कीटां। जे महाराज कहंदे जे को आखे बोल विगाड़ तां लिखिया सिर गवारा गवार। जे कोई विगड़े बोल भाव केड़ा कि मैं रब दा अंत पा लवांगा। जे कोई इदां दे दावे वाले बोल बोलदा है ना, ते महाराज कहंदे जे कीड़ी कवे कि हुण असीं भी आसमान ते उडारियां मारिया करांगे जिवें होर पंछी उडारियां मारदे ने, सुन गल्लां आकाश की कीटां आई रीस। ते महाराज कहंदे ये है विगड़े होए बोल के एवें झूठे ही दावे वखावे करने। जिवें एक कीड़ी आसमान ते उडारियां नहीं मार सकती, इदां ही परमेश्वर बेअंत है, उहदा अंत नहीं पाया जा सकता है। रूप न रेख न रंग किछ, त्रिह गुण ते प्रभ भेन, तिसै बुझाए नानका जिस होवै सो प्रसन्न। वो अपनी समझ ओनू बख्शदा है जिदे ते ओने प्रसन्न होना, पर अंत वो भी नहीं पा सकता। कबीर साहब वर्गे महापुरख जेड़े राम कबीरा एक भयो है कोई न सकै पछानी, उस सिखर ते जिउंदे ने। वो भी कहते हैं कि हे मेरे मालक जी सात समुंदर मस करूँ, कलम करूँ बन राए, बसदा कागद जाओ करूँ, हर जस लिखण न जाए। सनक सनंद महेश समाना, शेख नाग तेरो अंत न जाना। संत संगत राम हृदय बसाई, हनुमान सर गरड़ समाना, सुरपत नरपत नहीं गुण जाना। चार वेद अर सिमरत पुराना, कमला पत कबला नहीं जाना। कबीर साहब कहते भावें ब्रह्मा जी दे पुत्र सनक सनंद उन्हां नूं मन्निया गया सनातन मत अंदर जी बड़े विद्वान, कहते वो भी रब दा अंत नहीं पा सके। शेख नाग तेरो अंत न जान, शेष नाग वर्गे अंत ने। हनुमान सर गरड़ समाना, कोई इन्हां दे विचों भी कोई परमेश्वर दा अंत नहीं पा सकिया। कारण की है? महाराज कहते वो है ही बेअंत, उहदा अंत है ही कोई नहीं है, तो फिर कोई बयान कित्थों करेगा।
ਕਿੱਥੋਂ ਕੋਈ ਅੰਤ ਬਿਆਨ ਕਰ ਸਕਦਾ ਹੈ। ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੈ। ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਕਹਿੰਦੇ, ਵਾਹਿਗੁਰੂ ਜੀ ਤੁਸੀਂ ਕਿੰਨੇ ਬੇਅੰਤ ਹੋ, ਕਿੰਨੇ ਮਹਾਨ ਹੋ, ਇਹ ਕੇਵਲ ਤੁਸੀਂ ਹੀ ਜਾਣਦੇ ਹੋ। ਤੇਰੀ ਵਡਿਆਈ ਤੂੰ ਹੈ ਜਾਣਦਾ, ਤੁਧ ਜੇਵੜ ਹੋਰ ਨਾ ਕੋਈ। ਤੁਧ ਜੇਵੜ ਹੋਰ ਸ਼ਰੀਕ ਹੋਏ ਤਾਂ ਆਖੀਐ, ਤੁਧ ਜੇਵੜ ਤੂੰ ਹੈ ਹੋਈ। ਤੁਹਾਡੀਆਂ ਵਡਿਆਈਆਂ ਕੇਵਲ ਤੁਸੀਂ ਜਾਣਦੇ ਹੋ, ਕਿਉਂਕਿ ਅਸੀਂ ਤੁਹਾਡੀ ਕਿਹੜੇ ਦੂਜੇ ਦੇ ਨਾਲ ਤੁਲਨਾ ਕਰਕੇ ਦਸੀਏ ਜੀ ਰੱਬ ਏਦਾਂ ਦਾ ਹੈ। ਕੋਈ ਕਹਿੰਦੇ ਤੁਹਾਡਾ ਸ਼ਰੀਕ ਹੋਏ ਤਾਂ ਆਖੀਐ, ਤੁਧ ਜੇਵੜ ਤੂੰ ਹੈ ਹੋਈ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਕਿਹਦੇ ਨਾਲ ਤੁਹਾਡੀ ਤੁਲਨਾ ਕਰੀਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ, ਕਹਿੰਦੇ ਜਾਂ ਕੀ ਲੀਲਾ ਕੀ ਮਿਤ ਨਾਹੀ, ਸਗਲ ਦੇਵ ਹਾਰੇ ਅਵਗਾਹੇ। ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪੁਰੋਈ ਆਪਣੇ ਸੂਤ। ਜਿਵੇਂ ਬੱਚੇ ਦੇ ਜਨਮ ਬਾਰੇ ਤੇ ਪਿਤਾ ਜਾਣਦਾ ਹੈ, ਕਿਉਂਕਿ ਪਿਤਾ ਦੀਆਂ ਕੋਲ ਪਿਤਾ ਦੇ ਘਰ 'ਚ ਬੱਚੇ ਦਾ ਜਨਮ ਹੋਇਆ, ਪਰ ਬੱਚਾ ਪਿਤਾ ਦੇ ਜਨਮ ਬਾਰੇ ਕੀ ਬਿਆਨ ਕਰ ਸਕਦਾ ਹੈ। ਇਸੇ ਤਰ੍ਹਾਂ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਪਉ ਕੇਹਾ ਕਾੜਾ ਜੀਓ। ਉਹ ਜਿਹੜਾ ਪਿਤਾ ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ ਹੈ। ਮਹਾਰਾਜ ਕਹਿੰਦੇ ਉਹਦੇ ਬਾਰੇ ਅਸੀਂ ਅਲਪਗ ਬੱਚੇ ਜੀਵ ਕੀ ਉਹਦੀ ਵਡਿਆਈ ਕਰ ਲਵਾਂਗੇ। ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ। ਇਹ ਜਿੰਨੇ ਜੀਵ ਜੰਤੂ ਹਨ, ਹੇ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੀ ਹੀ ਤੇ ਇਹ ਸਾਰੀ ਦੀ ਸਾਰੀ ਖੇਡ ਹੈ। ਤੇ ਜਿਹੜੀ ਖੇਡ ਦੀ ਰਚਨਾ ਤੁਸੀਂ ਰਚੀ ਹੈ, ਜੀਵ ਜੰਤੂ ਜਿਹੜੇ ਤੁਸੀਂ ਰਚੇ ਨੇ, ਜਿਨ੍ਹਾਂ ਨੂੰ ਤੁਸੀਂ ਬਣਾਇਆ ਹੈ, ਉਹ ਤੁਹਾਡੇ ਬਾਰੇ ਕੀ ਬਿਆਨ ਕਰ ਲੈਣਗੇ। ਕੀਆ ਖੇਲ ਬੜ ਮੇਲ ਤਮਾਸ਼ਾ, ਵਾਹ ਗੁਰੂ ਤੇਰੀ ਸਭ ਰਚਨਾ। ਤੇ ਇਹ ਖੇਡ ਜੀਵ ਤੁਹਾਡਾ ਅੰਤ ਨਹੀਂ ਪਾ ਸਕਦੇ। ਆਖੇ ਤਾਂ ਵੇਖੈ ਸਭ ਤੂੰ ਹੈ, ਜਿਨ ਜਗਤ ਉਪਾਇਆ। ਜੇ ਅਸੀਂ ਜੀਵ ਕੁਝ ਆਖਦੇ ਵੀ ਹਾਂ, ਕੁਝ ਵੇਖਦੇ ਵੀ ਹਾਂ, ਤੇ ਸਾਨੂੰ ਵੀ ਉਹ ਆਪ ਹੀ ਮਤ ਬਖਸ਼ ਕੇ, ਬੋਲ ਬਖਸ਼ ਕੇ, ਬੁਲਾਉਣ ਵਾਲਾ, ਵੇਖਣ ਦੀ ਸਮਰੱਥਾ ਬਖਸ਼ ਕੇ ਦਿਖਾਉਣ ਵਾਲਾ ਹੈ। ਮਹਾਰਾਜ ਕਹਿੰਦੇ ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵੈ। ਤੇ ਜਿਹਨੂੰ ਜਿਹਨੂੰ ਉਹ ਜਿੱਦਾਂ ਜਿੱਦਾਂ ਦੀ ਮਤ ਬਖਸ਼ਦਾ ਹੈ, ਉਦਾਂ ਉਦਾਂ ਜੀਵ ਬੋਲਦੇ ਹਨ। ਜਿਨ ਜਗਤ ਉਪਾਇਆ, ਜਿਹੜੇ ਵਾਹਿਗੁਰੂ ਨੇ ਸਾਰੇ ਸੰਸਾਰ ਦੀ ਰਚਨਾ ਰਚੀ ਹੈ, ਉਹਦੀ ਰਜਾ, ਉਹਦੀ ਆਗਿਆ ਤੇ ਹੁਕਮ ਦੇ ਮੁਤਾਬਕ ਹੀ ਅਸੀਂ ਜਿਹੜੇ ਉਹਦੀ ਖੇਡ ਰੂਪ ਜੀਵ ਹਾਂ, ਬੋਲਦੇ ਹਾਂ। ਕਹੈ ਨਾਨਕ ਤੂੰ ਸਦਾ ਅਗੰਮ ਹੈ, ਤੇਰਾ ਅੰਤ ਨਾ ਪਾਇਆ। ਮਹਾਰਾਜ ਕਹਿੰਦੇ ਹੈ ਦਾਤਾ ਜੀ ਤੁਸੀਂ ਹਮੇਸ਼ਾ ਹੀ ਬੇਅੰਤ ਹੋ, ਅਗੰਮ ਹੋ, ਪਰੇ ਤੋਂ ਪਰੇ ਹੋ, ਤੇਰਾ ਅੰਤ ਨਾ ਪਾਇਆ। ਕੋਈ ਵੀ ਜੀਵ ਤੁਹਾਡਾ ਅੰਤ ਨਹੀਂ ਪਾ ਸਕਦਾ ਹੈ, ਕਿਉਂਕਿ ਤੁਸੀਂ ਅਪਹੁੰਚ ਹੋ। ਬਲਕਿ ਬਾਣੀ 'ਚ ਤੇ ਇੱਥੋਂ ਤੱਕ ਸਤਿਗੁਰੂ ਕਹਿੰਦੇ ਇੱਕ ਹੈ ਪਰਮੇਸ਼ਰ, ਇੱਕ ਹੈ ਪਰਮੇਸ਼ਰ ਦੀ ਰਚਨਾ, ਇੱਕ ਕੁਦਰਤ। ਤੇ ਜੀਵ ਪਰਮੇਸ਼ਰ ਦਾ ਅੰਤ ਕੀ ਪਾਉਣਾ। ਅਸੀਂ ਤੇ ਪਰਮੇਸ਼ਰ ਦੀ ਰਚੀ ਹੋਈ ਇਸ ਕੁਦਰਤ ਦਾ ਵੀ ਅੰਤ ਨਹੀਂ ਪਾ ਸਕਦੇ ਹਾਂ। ਕੁਦਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ। ਰੋਜ਼ ਆਪਾਂ ਗੁਰੂ ਕੇ ਬਚਨ ਪੜ੍ਹਦੇ ਹਾਂ, ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੰਵਾਰ। ਅਸੀਂ ਤੇ ਰੱਬ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦਾ ਅੰਤ ਨਹੀਂ ਪਾ ਸਕਦੇ ਹਾਂ, ਤੇ ਫਿਰ ਦਾਤੇ ਦਾ ਅੰਤ ਕਿੱਥੋਂ ਪਾ ਲਵਾਂਗੇ। ਕਿਵੇਂ ਉਸ ਮਾਲਕ ਦਾ ਅੰਤ ਪਾ ਲਵਾਂਗੇ। ਕੋਈ ਨਹੀਂ ਅੰਤ ਪਾ ਸਕਦਾ। ਕੁਦਰਤ ਕਵਣ ਕਹਾ ਵਿਚਾਰ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਸਾਡੇ ਅੰਦਰ ਇੰਨੀ ਤਾਕਤ ਕਿੱਥੇ ਹੈ, ਅਸੀਂ ਕਹਿ ਸਕੀਏ ਉਸ ਮਾਲਕ ਬਾਰੇ ਵਿਚਾਰ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਫਿਰ ਮਹਾਰਾਜ ਕਹਿੰਦੇ ਉਹਦੀ ਕੁਦਰਤ, ਕਦੋਂ ਉਹਨੇ ਇਹ ਸ੍ਰਿਸ਼ਟੀ ਸਾਜੀ, ਅਸੀਂ ਤੇ ਇਹ ਵੀ ਕੋਈ ਬਿਆਨ ਨਹੀਂ ਕਰ ਸਕਦਾ, ਨਾ ਕਿਸੇ ਨੂੰ ਪਤਾ ਹੈ। ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੁਰੂਤੀ ਮਾਂ ਕਵਣ ਜਿਤ ਹੋਵਾ ਆਕਾਰ।
ਵੇਲ ਨਾ ਪਾਈਆ ਪੰਡਤੀ ਜੈ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਨ ਨਾ ਕੋਈ ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਕਿਵ ਕਰ ਆਖਾਂ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ। ਮਹਾਰਾਜ ਕਹਿੰਦੇ ਕਿਵੇਂ ਕਹੀਏ ਕਿਵੇਂ ਬਿਆਨ ਉਹਦੇ ਬਾਰੇ ਉਹਦੀ ਕੁਦਰਤ ਬਾਰੇ। ਠੀਕ ਹੈ ਇੱਥੇ ਸਾਰੇ ਇੱਕ ਦੂ ਇੱਕ ਸਿਆਣਾ ਦੇ ਦਾਅਵੇ ਕਰਦੇ ਹਨ ਪਰ ਸਲਾਹੀ ਸਲਾਹ ਇਤੀ ਸੁਰਤ ਨਾ ਪਾਈਆ ਨਦੀਆਂ ਤੇ ਵਾਹ ਪਵੈ ਸਮੁੰਦ ਨਾ ਜਾਣ। ਜਿੰਨਾ ਮਰਜੀ ਉਹਨੂੰ ਸਲਾਈ ਜਾਵੋ ਸਲਾਹ ਸਲਾਹ ਕੇ ਜੀਵ ਉਹਦੇ ਚ ਅਭੇਦ ਤੇ ਹੋ ਸਕਦਾ ਹੈ। ਜਿਵੇਂ ਨਦੀ ਲਗਾਤਾਰ ਚਲਦਿਆਂ ਇੱਕ ਦਿਨ ਸਮੁੰਦਰ ਦੇ ਵਿੱਚ ਅਭੇਦ ਤੇ ਹੋ ਜਾਂਦੀ ਹੈ ਪਰ ਸਮੁੰਦਰ ਚ ਅਭੇਦ ਹੋ ਕੇ ਵੀ ਨਦੀ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ, ਅੰਤ ਨਹੀਂ ਵਖਿਆਨ ਸਕਦੀ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਪਰਮੇਸ਼ਰ ਚ ਅਭੇਦ ਤੇ ਹੋ ਸਕਦਾ ਹੈ, ਬੰਦਾ ਉਹਨੂੰ ਸਲਾਹ ਕੇ ਸਿਮਰ ਕੇ ਧਿਆ ਕੇ ਹੁਕਮ ਨੂੰ ਕਮਾ ਕੇ, ਪਰ ਅੰਤ ਕੋਈ ਨਹੀਂ ਬਿਆਨ ਸਕਦਾ ਹੈ, ਅੰਤ ਕੋਈ ਨਹੀਂ ਪਾ ਸਕਦਾ ਹੈ। ਨਦੀਆਂ ਤੇ ਵਾਹ ਪਵੈ ਸਮੁੰਦ ਨਾ ਜਾਣੀਐ। ਇਹੀ ਜੀਵ ਉਹ ਅਕਾਲ ਪੁਰਖ ਬੇਅੰਤ ਹੈ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਕਹੈ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ। ਅੱਗੇ 13 ਨੰਬਰ ਪੌੜੀ ਅੰਦਰ ਸਤਿਗੁਰੂ ਜੀ ਅੰਮ੍ਰਿਤ ਦੀ ਗੱਲ ਕਰਦੇ ਹਨ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਜਦੋਂ ਤੋਂ ਸੰਸਾਰ ਦੀ ਇਹ ਰਚਨਾ ਹੋਂਦ ਦੇ ਵਿੱਚ ਆਈ ਹੈ, ਮਨੁੱਖੀ ਜੀਵਨ ਦੀ ਉਤਪਤੀ ਹੋਈ ਹੈ ਤੇ ਜੀਵਨ ਦੀ ਖੇਡ ਚੱਲਦੀ ਹੈ। ਜਨਮ ਤੋਂ ਸ਼ੁਰੂ ਹੋਣਾ, ਫਿਰ ਜੀਵਨ ਦਾ ਸਫ਼ਰ ਚੱਲਣਾ, ਫਿਰ ਇੱਕ ਦਿਨ ਜੀਵ ਦੀ ਮੌਤ ਹੋ ਜਾਣੀ ਤੇ ਇਹ ਦਸਤੂਰ ਕੁਦਰਤ ਦਾ ਲਗਾਤਾਰ ਚੱਲ ਰਿਹਾ ਹੈ। ਪਰ ਕਿਉਂਕਿ ਅਸੀਂ ਜੋ ਜੀਵ ਸੰਸਾਰ ਅੰਦਰ ਜੀਵਨ ਬਤੀਤ ਕਰਦੇ ਹਾਂ ਜਾਂ ਸਾਡੇ ਤੋਂ ਪਹਿਲਾਂ ਜਾਂ ਇੱਦਾਂ ਕਹਿ ਲਈਏ ਐਨ ਸ਼ੁਰੂ ਤੋਂ ਲੈ ਕੇ ਅੱਜ ਤੱਕ ਇੱਥੇ ਸਾਰੇ ਜਿਉਣਾ ਚਾਹੁੰਦੇ ਹਨ, ਮਰਨਾ ਕੋਈ ਨਹੀਂ ਚਾਹੁੰਦਾ ਹੈ। ਤੇ ਮਹਾਰਾਜ ਕਹਿੰਦੇ ਫਿਰ ਬੜੇ ਪੁਰਾਣੇ ਸਮੇਂ ਦੇ ਰਿਸ਼ੀ ਮੁਨੀ ਆਪਣੇ ਤਰੀਕੇ ਦੇ ਨਾਲ ਖੋਜਾਂ ਕਰਦੇ ਰਹੇ ਕਿ ਕੋਈ ਨਾ ਕੋਈ ਇੱਦਾਂ ਦੀ ਜੜੀ ਬੂਟੀ, ਕੋਈ ਇੱਦਾਂ ਦੀ ਦਵਾਈ ਮਿਲ ਜਾਏ ਜਿਹਦੇ ਨਾਲ ਉਮਰ ਹੋਰ ਤੋਂ ਹੋਰ ਲੰਬੀ ਹੋਵੇ। ਕਈ ਸਾਧਨ ਵਾਲਿਆਂ ਨੇ, ਹਰਨਾਕਸ਼ ਵਰਗਿਆਂ ਨੇ ਇਹ ਕੋਸ਼ਿਸ਼ ਕੀਤੀ ਕਿ ਸਾਨੂੰ ਇੱਦਾਂ ਦਾ ਕੋਈ ਵਰ ਮਿਲ ਜਾਏ ਕਿ ਮੌਤ ਨਾ ਹੋਵੇ। ਅੱਜ ਦੇ ਸਮੇਂ 'ਚ ਵੀ ਵੱਡੇ ਵੱਡੇ ਡਾਕਟਰ, ਵਿਗਿਆਨੀ ਉਹ ਵੀ ਇਸੇ ਤਰੀਕੇ ਦੀਆਂ ਖੋਜਾਂ ਦੇ ਵਿੱਚ ਲੱਗੇ ਹੋਏ ਨੇ ਕਿ ਕਿਵੇਂ ਨਾ ਕਿਵੇਂ ਇਹ ਜੀਵਨ ਨੂੰ ਹੋਰ ਤੋਂ ਹੋਰ ਲੰਬਾ ਕਰ ਲਈਏ, ਵਧਾਇਆ ਜਾਵੇ, ਜੀਵਨ ਮੌਤ ਨਾ ਆਵੇ। ਹਾਲਾਂਕਿ ਮਹਾਰਾਜ ਕਹਿੰਦੇ ਵੇਖੋ ਰੱਜ ਨਾ ਕੋਈ ਜੀਵਿਆ, ਪਹੁੰਚ ਨਾ ਚੱਲਿਆ ਕੋਏ, ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤ ਹੋਏ। ਗੁਰੂ ਕੀ ਬਾਣੀ ਕਹਿੰਦੀ ਹੈ ਕੁਦਰਤ ਦਾ ਦਸਤੂਰ ਹੈ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਸਰੀਰ ਕਰਕੇ ਜਿਹੜਾ ਪੈਦਾ ਹੋਇਆ ਉਹਦਾ ਸੰਸਾਰ ਤੋਂ ਜਾਣਾ ਅਟਲ ਹੈ। ਪਰ ਮਹਾਰਾਜ ਕਹਿੰਦੇ ਜੇ ਤੂੰ ਹਮੇਸ਼ਾ ਜਿਉਂਦਾ ਰਹਿਣਾ ਚਾਹੁੰਦਾ ਹੈ, ਤੇਰੀ ਇਹ ਇੱਛਾ ਵੀ ਪੂਰੀ ਹੋ ਸਕਦੀ ਹੈ, ਤੂੰ ਜਿਉਂਦਾ ਰਹਿ ਸਕਦਾ ਹੈ, ਪਰ ਗੁਣਾ ਕਰਕੇ, ਚੰਗਿਆਈਆਂ ਕਰਕੇ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਧੰਨ ਬਾਬਾ ਬੁੱਢਾ ਸਾਹਿਬ 12 ਸਾਲ ਦੀ ਉਮਰ ਗੁਰੂ ਨਾਨਕ ਜੀ ਦੀ ਸ਼ਰਨ 'ਚ ਆਏ ਜੀ। ਮੌਤ ਤੋਂ ਡਰ ਲੱਗਦਾ ਹੈ। ਮਹਾਰਾਜ ਕਹਿਣ ਲੱਗੇ ਆ ਫਿਰ ਤੈਨੂੰ ਉਹ ਰਸਤਾ ਦੱਸਦੇ ਆ, ਇਸ ਰਸਤੇ ਤੇ ਚੱਲੀ, ਤੇਰੀ ਮੌਤ ਕਦੇ ਹੋਣੀ ਨਹੀਂ ਹੈ। ਤੇ ਉਹ ਫਿਰ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਸਰੀਰ ਕਰਕੇ ਠੀਕ ਹੈ ਸਭ ਨੇ ਜਾਣਾ ਹੈ, ਪਰ ਵਡਿਆਈਆਂ ਕਰਕੇ ਉਹ ਅੱਜ ਵੀ ਹਾਜ਼ਰ ਤੇ ਰਹਿੰਦੀ ਦੁਨੀਆ ਤੱਕ ਹਾਜ਼ਰ ਰਹਿਣਗੇ। ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨ ਕੋ ਕਾਲ ਨਾ ਖਾਤੇ। ਮਹਾਰਾਜ ਕਹਿੰਦੇ ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਿਰਾਰੀ ਰੇ, ਆਏ ਨ ਜਾਏ ਨ ਕਬਹੂ ਮਰਤੇ ਪਾਰ ਬ੍ਰਹਮ ਸੰਘਾਰੀ ਰੇ। ਇਸੇ ਇੱਕ ਸੋਚ ਚੋਂ, ਇੱਛਾ ਚੋਂ ਆਬੇ ਹਯਾਤ ਜਾਂ ਅੰਮ੍ਰਿਤ ਦੀ ਵਿਚਾਰ ਦਾ ਜਨਮ ਹੋਇਆ। ਮ੍ਰਿਤ ਭਾਵ ਮੌਤ, ਤੇ ਉਹਦੇ ਨਾਲ ਐੜਾ ਪਹਿਲਾਂ ਲੱਗਿਆ ਭਾਵ ਮੌਤ ਤੋਂ ਉਲਟ, ਮੌਤ ਤੋਂ ਰਹਿਤ ਅੰਮ੍ਰਿਤ। ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਹ ਜਿਹੜਾ ਮੌਤ ਤੋਂ ਬਚਾਉਣ ਵਾਲਾ ਅੰਮ੍ਰਿਤ ਹੈ ਨਾ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ।
ਦੇਵਤਿਆਂ ਨੇ ਵੀ ਬੜੀ ਖੋਜ ਕੀਤੀ ਸਾਨੂੰ ਇੱਦਾਂ ਦਾ ਅੰਮ੍ਰਿਤ ਮਿਲ ਜਾਏ। ਮੁਨੀ ਜਨਾਂ ਨੇ ਵੀ ਬੜੀ ਖੋਜ ਕੀਤੀ ਕੋਈ ਇੱਦਾਂ ਦਾ ਪਦਾਰਥ ਮਿਲ ਜਾਏ ਜਿਹਨੂੰ ਧਾਰਨ ਕਰਕੇ ਅਸੀਂ ਮੌਤ ਤੋਂ ਮੁਕਤ ਹੋ ਜਾਈਏ। ਮਹਾਰਾਜ ਕਹਿੰਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਉਹ ਅੰਮ੍ਰਿਤ ਦੀ ਦਾਤ ਜਿਹਦੇ ਨਾਲ ਜੁੜ ਕੇ ਮਨੁੱਖ ਆਨੰਦ ਅਵਸਥਾ ਤੱਕ ਪਰਮੇਸ਼ਰ ਤੱਕ ਪਹੁੰਚ ਸਕਦਾ ਹੈ। ਉਹ ਅੰਮ੍ਰਿਤ ਦੀ ਦਾਤ ਕਿੱਥੋਂ ਮਿਲੀ? ਗੁਰੂ ਕੋਲੋਂ ਮਿਲੀ। ਹੁਣ ਗੁਰੂ ਕੋਲੋਂ ਕਿਹੜਾ ਅੰਮ੍ਰਿਤ ਪ੍ਰਾਪਤ ਹੁੰਦਾ ਹੈ ਜਾਂ ਇੱਦਾਂ ਗੁਰਮਤਿ ਨੇ ਕਿਹਨੂੰ ਅੰਮ੍ਰਿਤ ਕਿਹਾ ਹੈ? ਮਹਾਰਾਜ ਕਹਿੰਦੇ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ। ਇੱਥੇ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹ ਔਖਦ ਜਗ ਸਾਰਾ। ਪ੍ਰਮਾਤਮਾ ਦੇ ਨਾਮ ਨੂੰ ਸਤਿਗੁਰੂ ਅੰਮ੍ਰਿਤ ਕਹਿੰਦੇ ਹਨ। ਅਕਾਲ ਪੁਰਖ ਦੀ ਇਬਾਦਤ ਨੂੰ ਅੰਮ੍ਰਿਤ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ ਅੰਮ੍ਰਿਤ ਗੁਰਮਤਿ ਪਾਏ ਰਾਮ। ਪਾਤਸ਼ਾਹ ਕਹਿੰਦੇ ਪਰਮੇਸ਼ਰ ਦਾ ਨਾਮ ਅੰਮ੍ਰਿਤ ਹੈ ਤੇ ਜਿਹੜਾ ਉਹ ਨਾਮ ਅੰਮ੍ਰਿਤ ਦਾ ਧਾਰਨੀ ਬਣਦਾ ਉਹ ਫਿਰ ਬ੍ਰਹਮ ਗਿਆਨੀ ਦੀ ਉਸ ਅਵਸਥਾ ਤੇ ਪਹੁੰਚਦਾ ਹੈ ਜਿੱਥੇ ਸਦ ਜੀਵੈ ਨਹੀਂ ਮਰਤਾ ਵਾਲੀ ਖੇਡ ਵਰਤਦੀ ਹੈ। ਗੁਰੂ ਸਤਿਗੁਰੂ ਦਸਮ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਪੰਜਾਂ ਪਿਆਰਿਆਂ ਦੇ ਰਾਹੀਂ ਸਾਨੂੰ ਅੰਮ੍ਰਿਤ ਪਾਹੁਲ ਦੀ ਦਾਤ ਬਖਸ਼ੀ ਖਾਲਸੇ ਨੂੰ, ਤੇ ਖਾਲਸੇ ਨੂੰ ਅਮਰ ਕਰ ਦਿੱਤਾ। ਮਕਾਉਣ ਵਾਲੇ ਵੇਖੋ ਮਕਾਉਣ ਦਾ ਯਤਨ ਕਰਦੇ ਰਹੇ, ਕਿੰਨੇ ਤਰੀਕਿਆਂ ਦੇ ਨਾਲ ਉਹਨਾਂ ਨੇ ਖਾਲਸੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਿਹਦਾ ਜਨਮ ਹੀ ਖੰਡੇ ਦੀ ਧਾਰ ਤੇ ਅੰਮ੍ਰਿਤ ਚੋਂ ਹੋਇਆ ਉਹਨੂੰ ਕੋਈ ਖਤਮ ਨਹੀਂ ਕਰ ਸਕਿਆ। ਮਹਾਰਾਜ ਕਹਿੰਦੇ ਉਹ ਆਤਮਿਕ ਜੀਵਨ ਵਾਲਾ ਜਿਹੜਾ ਨਾਮ ਅੰਮ੍ਰਿਤ ਹੈ ਨਾ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਉਹ ਅੰਮ੍ਰਿਤ ਦੀ ਦਾਤ ਮਿਲਦੀ ਹੈ ਗੁਰੂ ਕੋਲੋਂ, ਤੇ ਗੁਰੂ ਜਦੋਂ ਕਿਰਪਾ ਬਖਸ਼ਿਸ਼ ਨਦਰ ਕਿਸੇ ਤੇ ਵਰਤਾਉਂਦੇ ਹਨ ਉਹਦੇ ਮਨ ਅੰਦਰ ਸੱਚ ਨਾਮ ਰੂਪ ਅੰਮ੍ਰਿਤ ਨੂੰ ਗੁਰੂ ਵਰਤਾ ਦਿੰਦੇ ਹਨ, ਵਸਾ ਦਿੰਦੇ ਨੇ। ਗੁਰੂ ਤੋਂ ਬਿਨਾਂ ਅੰਮ੍ਰਿਤ ਦੀ ਦਾਤ ਨਹੀਂ ਜੇ ਮਿਲਦੀ, ਗੁਰੂ ਤੋਂ ਬਿਨਾਂ ਅੰਮ੍ਰਿਤ ਦੀ ਸਮਝ ਸੋਝੀ ਪ੍ਰਾਪਤ ਨਹੀਂ ਹੁੰਦੀ। ਮਹਾਰਾਜ ਕਹਿੰਦੇ ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ। ਜਿਹੜਾ ਅੰਮ੍ਰਿਤ ਲੈਣ ਦੇ ਲਈ ਤੂੰ ਇਸ ਜੀਵਨ ਨੂੰ ਪ੍ਰਾਪਤ ਕੀਤਾ ਉਹ ਅੰਮ੍ਰਿਤ ਹੈ ਗੁਰੂ ਕੋਲ। ਅੰਮ੍ਰਿਤ ਹਰ ਕਾ ਨਾਮ ਹੈ ਸਤਿਗੁਰ ਤੇ ਪਾਇਆ। ਵਾਹਿਗੁਰੂ ਦਾ ਨਾਮ ਰੂਪੀ ਅੰਮ੍ਰਿਤ ਗੁਰੂ ਕੋਲੋਂ ਪ੍ਰਾਪਤ ਹੁੰਦਾ ਹੈ। ਗੁਰੂ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੂਆ ਤੀਆ। ਜਿਹਨੂੰ ਫਿਰ ਗੁਰੂ ਅੰਮ੍ਰਿਤ ਦੀ ਦਾਤ ਬਖਸ਼ ਦਿੰਦੇ ਹਨ ਉਹ ਬੜੀ ਉੱਚੀ ਆਤਮਿਕ ਅਵਸਥਾ ਦਾ ਧਾਰਨੀ ਬਣਦਾ ਹੈ, ਫਿਰ ਉਹ ਐਵੇਂ ਕਿਸੇ ਦੀ ਕਾਨ ਨਹੀਂ ਕੱਢਦਾ ਹੈ। ਮਹਾਰਾਜ ਕਹਿੰਦੇ ਜਦੋਂ ਗੁਰੂ ਕਿਰਪਾ ਵਰਤਾਉਂਦੇ ਨੇ, ਬਖਸ਼ਿਸ਼ ਕਰਦੇ ਨੇ, ਫਿਰ ਸੱਚਾ ਮਨ ਵਸਾਇਆ। ਸੱਚੇ ਨਾਮ ਅੰਮ੍ਰਿਤ ਦੀ ਦਾਤ ਮਨ 'ਚ ਵਸਦੀ ਹੈ। ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ। ਪਾਤਸ਼ਾਹ ਕਹਿੰਦੇ ਹੇ ਵਾਹਿਗੁਰੂ ਜੀ, ਜਿੰਨੇ ਵੀ ਜਗਤ ਅੰਦਰ ਜੀਵ ਹਨ ਸਾਰੇ ਤੁਹਾਡੇ ਹੀ ਪੈਦਾ ਕੀਤੇ ਹੋਏ ਜੀਵ ਹਨ। ਭਾਵੇਂ ਕੋਈ ਸਚਿਆਰ ਹੈ, ਭਾਵੇਂ ਕੋਈ ਕੁੜਿਆਰ ਹੈ, ਭਾਵੇਂ ਕੋਈ ਮਨਮੁਖ ਹੈ, ਭਾਵੇਂ ਕੋਈ ਗੁਰਮੁਖ ਹੈ, ਸਭ ਨੂੰ ਪੈਦਾ ਕਰਨ ਵਾਲਾ ਤੇ ਉਹ ਅਕਾਲ ਪੁਰਖ ਇੱਕ ਹੀ ਹੈ। ਤੁਧ ਸੰਸਾਰ ਉਪਾਇਆ ਸਿਰੈ ਸਿਰ ਧੰਧੈ ਲਾਇਆ। ਵੇਖੈ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ। ਤੇ ਗੁਰੂ ਨਾਨਕ ਜੀ ਕਹਿੰਦੇ ਅਸੰਖਾਂ ਉਹਦੀ ਕੁਦਰਤ ਦੇ ਅੰਦਰ ਉਹ ਹਨ ਜਿਹੜੇ ਜਪ ਤਪ ਕਮਾਉਣ ਵਾਲੇ ਨੇ, ਉਹਨਾਂ ਨੂੰ ਵੀ ਵਾਹਿਗੁਰੂ ਨੇ ਪੈਦਾ ਕੀਤਾ ਹੈ। ਤੇ ਅਸੰਖਾਂ ਉਹ ਹਨ ਜਿਹੜੇ ਗਲ ਵੱਡ ਹੱਤਿਆ ਕਮਾਹੇ ਪਾਪੀ ਪਾਪ ਕਰ ਜਾਹੇ। ਕੂੜ ਕਮਾਉਣ ਤੇ ਪਾਪ ਕਮਾਉਣ ਤੇ ਲੱਗੇ ਨੇ। ਹੈ ਸਾਰੀ ਉਸੇ ਵਾਹਿਗੁਰੂ ਦੀ ਰਚਨਾ ਹੈ। ਬਿਖ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਖ ਕੋ ਦੋਏ ਫਲ ਲਾਏ। ਉਸਤਤ ਕਰੈ ਅਨੇਕ ਜਨ ਅੰਤ ਨਾ ਪਾਰਾ ਵਾਰ। ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨਕ ਪ੍ਰਕਾਰ। ਤੇ ਇਸ ਬਹੁਵਿਧੀ ਕੁਦਰਤ ਦੇ ਅੰਦਰ ਕਈ ਕੋਟ ਹੋਏ ਪੁਜਾਰੀ, ਕਈ ਉਹ ਜਿਹੜੇ ਪਰਮੇਸ਼ਰ ਦੇ ਰਸਤੇ ਤੇ ਤੁਰਨ ਵਾਲੇ ਪੂਜਾ ਪਾਠ ਦੇ ਰਾਹ ਤੇ ਕਈ ਕੋਟ ਆਚਾਰ ਵਿਹਾਰੀ, ਕਈ ਕੇਵਲ ਮਾਇਆ ਦੇ ਰਸਤੇ ਤੇ ਹੀ ਸਾਰੀ ਜ਼ਿੰਦਗੀ ਲੰਘਾ ਦਿੰਦੇ ਹਨ।
ਸੋ ਮਹਾਰਾਜ ਕਹਿੰਦੇ, ਹੈ ਦਾਤਾ ਜੀ, ਜੀ ਜੰਤ ਸਭ ਤੁਧ ਉਪਾਏ। ਸਾਰੇ ਜੀਵ ਜੰਤੂ ਤੁਹਾਡੇ ਹੀ ਪੈਦਾ ਕੀਤੇ ਹੋਏ ਨੇ, ਪਰ ਜਿਨ੍ਹਾਂ ਤੇ ਤੁਹਾਡੀ ਕਿਰਪਾ ਮਹਿਰਾਮਤ ਵਰਤਦੀ ਹੈ। ਇੱਕ ਵੇਖ ਪਰਸਣ ਆਇਆ, ਉਹ ਫਿਰ ਗੁਰੂ ਨੂੰ ਪਰਸਣ ਦੇ ਲਈ, ਗੁਰੂ ਦੇ ਦਰਸ਼ਨਾਂ ਦੇ ਲਈ, ਗੁਰੂ ਦੇ ਚਰਨਾਂ ਦੇ ਵਿੱਚ ਆਉਂਦਾ ਹੈ। ਜਦੋਂ ਤੁਹਾਡੀ ਕਿਰਪਾ ਵਰਤਦੀ ਹੈ, ਤੁਹਾਡੀ ਨਦਰ ਤੋਂ ਬਿਨਾਂ ਗੁਰੂ ਕੋਲ ਜੀਵ ਪਹੁੰਚ ਨਹੀਂ ਸਕਦਾ। ਨਦਰ ਕਰੇ ਜੇ ਆਪਣੀ, ਤਾਂ ਨਦਰੀ ਸਤਿਗੁਰ ਪਾਇਆ। ਜਦੋਂ ਮਾਲਕ ਨਦਰ ਵਰਤਾਉਂਦਾ ਹੈ, ਫਿਰ ਹੀ ਜੀਵ ਮਾਲਕ ਦੀ ਨਦਰ ਕਿਰਪਾ ਸਦਕਾ ਗੁਰੂ ਦਾ ਧਾਰਨੀ ਬਣਦਾ ਹੈ। ਤੇ ਜਦੋਂ ਮਨੁੱਖ ਗੁਰੂ ਦਾ ਧਾਰਨੀ ਬਣ ਗਿਆ, ਲੱਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ, ਗੁਰੂ ਨਾਲ ਜੁੜ ਗਿਆ, ਜੀਵਨ ਉੱਚਾ ਬਣ ਗਿਆ। ਇਹ ਗੁਰੂ ਨੂੰ ਚੰਗਾ ਲੱਗਣ ਲੱਗ ਗਿਆ, ਇਹਨੂੰ ਗੁਰੂ ਚੰਗਾ ਲੱਗਣ ਲੱਗ ਗਿਆ। ਜਦੋਂ ਮਨ ਸੇਵਕ ਦੇ, ਸਿੱਖ ਦੇ ਮਨ ਤੇ ਗੁਰੂ ਦੇ ਮਨ ਦਾ ਆਪਸ ਦੇ ਵਿੱਚ ਤਾਲਮੇਲ ਬਣ ਗਿਆ। ਸਿੱਖ ਨੇ ਮਨ ਗੁਰੂ ਨੂੰ ਸਮਰਪਿਤ ਕਰਨਾ ਹੈ। ਆਪਾਂ ਰੋਜ਼ ਆਉਂਦੇ ਹਾਂ ਗੁਰੂ ਕੇ ਚਰਨਾਂ 'ਚ ਸਿਰ ਝੁਕਾਉਂਦੇ, ਇਹਦਾ ਭਾਵ ਇਹ ਹੈ ਕਿ ਅਸੀਂ ਮਾਲਕ ਗੁਰੂ ਅੱਗੇ ਹੱਥ ਜੋੜ ਕੇ ਕਹਿੰਦੇ ਹਾਂ, ਮਹਾਰਾਜ ਮੈਂ ਆਪਣਾ ਆਪ ਤੁਹਾਨੂੰ ਭੇਟ ਕਰਦਾ ਹਾਂ, ਆਪਣਾ ਮਨ ਮੈਂ ਤੁਹਾਨੂੰ ਭੇਟ ਕਰਦਾ ਹਾਂ। ਜਿਹੜਾ ਆਪਾਂ ਬਚਨ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ ਦਾ ਭਾਵ ਵੀ ਇਹ ਹੈ ਕਿ ਆਪਣੀ ਸੁਰਤ ਨੂੰ ਗੁਰੂ ਅੱਗੇ ਸਮਰਪਿਤ ਕਰ ਦੇਣਾ, ਗੁਰੂ ਨੂੰ ਭੇਟ ਕਰ ਦੇਣਾ। ਤੇ ਫਿਰ ਜਿਹੜੀ ਮਤ ਗੁਰੂ ਬਖਸ਼ਦੇ ਨੇ, ਜਿਹੜਾ ਗਿਆਨ ਗੁਰੂ ਬਖਸ਼ਦੇ ਨੇ, ਉਸ ਗਿਆਨ ਦੇ ਰਸਤੇ ਤੇ ਚੱਲਣਾ, ਕਿਉਂਕਿ ਸਾਰੀ ਦੀ ਸਾਰੀ ਖੇਡ ਮਨ ਦੀ ਖੇਡ ਹੈ। ਜਨਕ ਰਾਜਾ ਕਹਿਣ ਲੱਗਾ, ਮੈਂ ਉਹਨੂੰ ਆਪਣਾ ਗੁਰੂ ਮੰਨਾਂਗਾ ਜਿਹੜਾ ਬਸ ਕੁਝ ਇੱਕ ਛਿਨ ਦੇ ਵਿੱਚ ਹੀ ਮੈਨੂੰ ਗਿਆਨ ਉਪਦੇਸ਼ ਦੇ ਦੇਵੇ। ਮੈਂ ਇੱਕ ਪੈਰ ਘੋੜੇ ਦੀ ਰਕਾਬ ਤੇ ਰੱਖਾਂਗਾ ਤੇ ਦੂਜਾ ਪੈਰ ਰੱਖਣ ਤੋਂ ਪਹਿਲਾਂ ਜਿਹੜਾ ਗਿਆਨ ਦੇ ਦੇਵੇਗਾ ਉਹਨੂੰ ਮੈਂ ਮੰਨਾਂਗਾ। ਤੇ ਅਸ਼ਟਾਵਕਰ ਕਹਿਣ ਲੱਗਾ, ਕੋਈ ਨਾ ਮੈਂ ਦੱਸਦਾ। ਉਹ ਕਹਿਣ ਲੱਗਾ, ਗਿਆਨ ਤੇ ਤੂੰ ਲੈਣਾ ਚਾਹੁੰਦਾ ਹੈ, ਪਰ ਪਹਿਲਾਂ ਗੁਰੂ ਦਕਸ਼ਨਾ ਦੇਣੀ ਪਵੇਗੀ। ਗਿਆਨ ਤੈਨੂੰ ਉਦੋਂ ਵੀ ਥੋੜੇ ਸਮੇਂ 'ਚ ਮਿਲ ਜਾਏਗਾ। ਤੇ ਜਨਕ ਕਹਿਣ ਲੱਗਾ, ਕੋਈ ਨਾ ਮੰਗੋ ਜੋ ਮੰਗੋਗੇ ਰਾਜਾ, ਹਾਂ ਧਨ ਪਦਾਰਥ ਵਸਤੂਆਂ ਮਹਿਲ ਮਾੜੀਆਂ ਜ਼ਮੀਨ ਜਾਇਦਾਦ ਜੋ ਮੰਗੋਗੇ ਦਵਾਂਗਾ। ਅਸ਼ਟਾਵਕਰ ਕਹਿਣ ਲੱਗਾ, ਨਹੀਂ, ਨਾ ਧਨ ਚਾਹੀਦਾ, ਨਾ ਪਦਾਰਥ ਮਹਿਲ ਮਾੜੀਆਂ, ਕੁਝ ਨਹੀਂ ਚਾਹੀਦਾ, ਮਨ ਚਾਹੀਦਾ ਹੈ, ਤੇਰਾ ਮਨ ਭੇਟ ਕਰ। ਕਹਿਣ ਲੱਗਾ, ਜੀ ਠੀਕ ਹੈ, ਜੇ ਮਨ ਚਾਹੀਦਾ ਲਓ, ਮਨ ਤੁਹਾਨੂੰ ਭੇਟ ਕੀਤਾ, ਇਹ ਮਨ ਮੇਰਾ, ਦਵੋ ਹੁਣ ਗਿਆਨ। ਤੇ ਜਦੋਂ ਉਹ ਘੋੜੇ ਤੇ ਇੱਕ ਰਕਾਬ ਤੇ ਪੈਰ ਰੱਖਿਆ, ਉੱਪਰ ਚੜਨ ਲੱਗਾ, ਉਹ ਕਹਿਣ ਅਸ਼ਟਾਵਕਰ ਕਹਿਣ ਲੱਗਾ, ਨਹੀਂ ਹੁਣ ਉੱਪਰ ਨਹੀਂ ਚੜਨਾ ਹੈ, ਕਿਉਂਕਿ ਮਨ ਦੀ ਆਗਿਆ ਨਹੀਂ ਹੈ ਤੈਨੂੰ ਉੱਪਰ ਚੜਨ ਦੀ, ਕਿਉਂਕਿ ਮਨ ਤੇ ਤੂੰ ਮੈਨੂੰ ਭੇਟ ਕਰ ਚੁੱਕਿਆ ਹੈ। ਤੇ ਹੁਣ ਜੋ ਮੈਂ ਕਵਾਂਗਾ ਉਹ ਕਰਨਾ ਪਵੇਗਾ, ਆਪਣੀ ਮਰਜ਼ੀ ਕੋਈ ਨਹੀਂ ਕਰਨੀ ਹੈ। ਉਹਨੂੰ ਸਮਝ ਲੱਗ ਗਈ, ਹਾਂ ਗੱਲ ਤਾਂ ਸਾਰੀ ਦੀ ਸਾਰੀ ਮਨ ਦੀ ਹੈ। ਮਹਾਰਾਜ ਕਹਿੰਦੇ, ਮਨ ਹੀ ਬੰਦੇ ਨੂੰ ਧਰਮੀ ਬਣਾਉਂਦਾ, ਮਨ ਹੀ ਪਾਪੀ ਬਣਾਉਂਦਾ ਹੈ, ਮਨ ਹੀ ਸਚਿਆਰ ਤੇ ਕੁੜਿਆਰ ਬਣਾਉਂਦਾ ਹੈ। ਤੇ ਜੇ ਮਨ ਗੁਰੂ ਨੂੰ ਭੇਟ ਕਰ ਦਿੱਤਾ ਜਾਵੇ ਤੇ ਜੋ ਗੁਰ ਕਹੈ ਸੋਈ ਭਲ ਮਾਨੋ ਦੇ ਰਸਤੇ ਤੇ ਬੰਦਾ ਚੱਲਣ ਲੱਗ ਜਾਵੇ, ਤੇ ਫਿਰ ਆਪਣੀ ਮਰਜ਼ੀ ਦੇ ਨਾਲ ਥਾਂ ਥਾਂ ਪੈਰ ਨਹੀਂ ਧਰੇਗਾ, ਫਿਰ ਉਧਰ ਕਦਮ ਚੱਲਣਗੇ ਜਿੱਧਰ ਗੁਰੂ ਕਹਿੰਦੇ ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਏ ਹਰ ਬੇਰ। ਸੋ ਮਨ ਦਾ ਤਾਲਮੇਲ ਜਦੋਂ ਗੁਰੂ ਦੇ ਨਾਲ ਬਣ ਜਾਂਦਾ ਹੈ, ਅਸੀਂ ਆਪਣਾ ਮਨ ਗੁਰੂ ਨੂੰ ਸਮਰਪਿਤ ਕੀਤਾ, ਗੁਰੂ ਨੇ ਰਹਿਮਤ ਕਰਕੇ ਆਪਣੀ ਮੱਤ ਸਾਨੂੰ ਬਖਸ਼ ਦਿੱਤੀ। ਫਿਰ ਜੀਵਨ ਚੋਂ ਲੱਭ ਲੋਭ ਅਹੰਕਾਰ ਚੁੱਕਾ। ਲੱਭ ਲੋਭ ਹੰਕਾਰ ਵਾਲੀ ਜਿਹੜੀ ਬਿਰਤੀ ਹੈ, ਲਾਲਚੀ ਤ੍ਰਿਸ਼ਨਾਲੂ ਬਿਰਤੀ, ਇਹ ਮੁੱਕ ਜਾਂਦੀ ਹੈ। ਕਹੈ ਨਾਨਕ ਜਿਸ ਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਅਖੀਰ 'ਚ ਮਹਾਰਾਜ ਕਹਿੰਦੇ, ਜਿਨ੍ਹਾਂ ਤੇ ਵਾਹਿਗੁਰੂ ਆਪ ਤਰੁੱਠਦਾ ਹੈ, ਉਹ ਜੀਵ ਫਿਰ ਅੰਮ੍ਰਿਤ ਗੁਰ ਤੇ ਪਾਇਆ, ਗੁਰੂ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਨੇ। ਸਤਿਗੁਰੂ ਨੇ ਸਭ ਨੂੰ ਅੰਮ੍ਰਿਤ ਦੀ ਦਾਤ ਦੇ ਧਾਰਨੀ ਬਣਨ ਦਾ ਉਪਦੇਸ਼ ਦਿੱਤਾ ਹੈ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਬੂ ਨਾ ਵਿਆਪੈ ਚਿੰਤਾ। ਪਾਤਸ਼ਾਹ ਕਹਿੰਦੇ, ਤੂੰ ਅੰਮ੍ਰਿਤ ਦੀ ਦਾਤ ਦਾ ਧਾਰਨੀ ਬਣ, ਗੁਰੂ ਦੀ ਕਿਰਪਾ ਵਰਤੇਗੀ, ਤੇਰੇ ਜੀਵਨ ਦੀਆਂ ਚਿੰਤਾਵਾਂ ਮੁੱਕ ਜਾਣ, ਅਮਰ ਪਦਵੀ ਪ੍ਰਾਪਤ ਹੋਵੇਗੀ। ਉਹ ਅਵਸਥਾ
ਜਿੱਥੇ ਜਾ ਕੇ ਜੀਵਨ ਵਿਕਾਰਾਂ ਤੋਂ ਰਹਿਤ ਹੋ ਜਾਏਗਾ। ਕਿਉਂਕਿ ਅੰਮ੍ਰਿਤ ਤਾਂ ਗੁਰੂ ਕਹਿੰਦੇ ਤੇਰੇ ਅੰਦਰ ਵੀ ਮੌਜੂਦ ਹੈ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ। ਪਰ ਗੱਲ ਇਹ ਹੈ ਕਿ ਅੰਦਰ ਉਹ ਚੋਰ ਬੈਠੇ ਹੋਏ ਨੇ ਜਿਹੜੇ ਤੇਰੇ ਅੰਦਰ ਦੇ ਅੰਮ੍ਰਿਤ ਨੂੰ ਲੁੱਟੀ ਜਾਂਦੇ ਨੇ, ਤੈਨੂੰ ਪਤਾ ਕੁਝ ਨਹੀਂ ਲੱਗਦਾ ਹੈ। ਇਸ ਦੇਹੀ ਅੰਦਰ ਪੰਚ ਚੋਰ ਬਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ, ਕੋਇ ਨਾ ਸੁਣੈ ਪੁਕਾਰਾ। ਤੇ ਜਦੋਂ ਫਿਰ ਤੂੰ ਗੁਰੂ ਕੋਲ ਆਪਣੇ ਆਪ ਨੂੰ ਸਮਰਪਿਤ ਕਰੇਗਾ, ਇੱਕ ਤਾਂ ਗੁਰੂ ਕਿਰਪਾ ਕਰਕੇ ਉਹ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਵਾਲੀ ਕਲਾ ਵਰਤਾਉਣਗੇ। ਜਿਹੜੇ ਅੰਦਰ ਦੇ ਅੰਮ੍ਰਿਤ ਖਜ਼ਾਨੇ ਨੂੰ ਗੁਣਾਂ ਨੂੰ ਲੁੱਟਦੇ ਨੇ ਨਾ, ਇੱਕ ਤੇ ਗੁਰੂ ਉਹਨਾਂ ਨੂੰ ਖਤਮ ਕਰ ਦੇਣਗੇ। ਫਿਰ ਜਿਵੇਂ ਧਰਤੀ ਚੋਂ ਪਾਣੀ ਨਲਕੇ ਦੇ ਰਾਹੀਂ ਟਿਊਬਵੈਲ ਦੇ ਰਾਹੀਂ ਕੱਢਿਆ ਜਾਂਦਾ ਹੈ, ਪਰ ਪਹਿਲਾਂ ਉੱਪਰੋਂ ਪਾਣੀ ਪਾਉਣਾ ਪੈਂਦਾ ਹੈ ਤੇ ਫਿਰ ਹੇਠਾਂ ਵਾਲੇ ਪਾਣੀ ਦੇ ਨਾਲ ਜਦੋਂ ਉੱਪਰ ਵਾਲੇ ਪਾਣੀ ਦਾ ਸੰਪਰਕ ਬਣਦਾ ਹੈ ਤੇ ਫਿਰ ਉਹ ਪਾਣੀ ਹੇਠਾਂ ਵਾਲਾ ਵੀ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਕਹਿੰਦੇ ਅੰਮ੍ਰਿਤ ਤਾਂ ਤੇਰੇ ਅੰਦਰ ਮੌਜੂਦ ਹੈ, ਪਰ ਉਹ ਅੰਮ੍ਰਿਤ ਬਾਹਰ ਤਾਂ ਪ੍ਰਗਟ ਹੋਵੇਗਾ ਜਦੋਂ ਤੂੰ ਗੁਰੂ ਕੋਲੋਂ ਆ ਕੇ ਅੰਮ੍ਰਿਤ ਦੀ ਦਾਤ ਲਵੇਂਗਾ। ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ। ਗੁਰੂ ਦੀ ਇੱਕ ਵੀ ਸਿੱਖਿਆ ਨੂੰ ਜੇ ਕਿਧਰੇ ਬੰਦਾ ਬੜੀ ਬਰੀਕੀ ਦੇ ਨਾਲ ਸੁਣ ਲਵੇ, ਸਮਝ ਲਵੇ, ਕਮਾ ਲਵੇ, ਤੇ ਫਿਰ ਗੁਰੂ ਦੀ ਕਿਰਪਾ ਸਦਕਾ ਅੰਦਰ ਤੋਂ ਹੀ ਬੇਅੰਤ ਖਜ਼ਾਨੇ ਪ੍ਰਗਟ ਹੁੰਦੇ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ। ਗੁਰੂ ਕਾ ਉਪਦੇਸ਼ ਰੂਪੀ ਅੰਮ੍ਰਿਤ, ਬਾਣੀ ਰੂਪ ਅੰਮ੍ਰਿਤ, ਨਾਮ ਰੂਪ ਅੰਮ੍ਰਿਤ ਸਾਡੇ ਸਭ ਦੇ ਹਿਰਦਿਆਂ 'ਚ ਵਸੇ। ਜੀਵਨ ਸਫਲ ਹੋਵੇ, ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।